ਪਟਿਆਲਾ ਦਰਪਣ ਪ੍ਰੋਗਰਾਮ ਵੇਖਣ ਵਾਲਿਆਂ ਦੀ ਸੇਵਾ 'ਚ ਮੈਂ ਤੁਹਾਡਾ ਦੋਸਤ ਬੀਰਿੰਦਰ ਹਾਜ਼ਰ ਹਾਂ। ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਪਟਿਆਲਾ ਦਰਪਣ ਪ੍ਰੋਗਰਾਮ 'ਚ ਅਸੀਂ ਪਟਿਆਲਾ ਦੇ ਨਾਲ ਜੁੜੀਆਂ ਉਹਨਾਂ ਸ਼ਖਸੀਅਤਾਂ ਦੀ ਮੁਲਾਕਾਤ ਤੁਹਾਡੇ ਨਾਲ ਕਰਾਉਂਦੇ ਹਾਂ ਜਿਨ੍ਹਾਂ ਦੀ ਸਮਾਜ ਨੂੰ ਕੁਝ ਦੇਣ ਹੈ ਔਰ ਸਮਾਜ ਲਈ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਹੈ। ਅੱਜ ਦੇ ਇਸ ਪ੍ਰੋਗਰਾਮ 'ਚ ਸਾਡੇ ਨਾਲ ਉਹ ਖੁਸ਼ਕਿਸਮਤ ਸ਼ਖਸੀਅਤ ਹੈ ਜਿਨ੍ਹਾਂ ਲਈ ਉਹਨਾਂ ਦਾ ਸ਼ੌਕ ਹੀ ਉਹਨਾਂ ਦਾ ਕਿੱਤਾ ਬਣ ਗਿਆ। ਇਹ ਨੇ ਜੀ ਅਮਰਜੀਤ ਸਿੰਘ ਵੜੈਚ। ਜਿਹੜੇ ਹੁਣੇ ਪਟਿਆਲਾ ਦੇ ਰੇਡੀਓ ਸਟੇਸ਼ਨ ਤੋਂ ਹੈੱਡ ਆਫ ਆਫਿਸ ਰਿਟਾਇਰ ਹੋਏ ਨੇ। ਲਗਭਗ 31 ਸਾਲ ਇਹਨਾਂ ਨੇ ਆਲ ਇੰਡੀਆ ਰੇਡੀਓ ਦੀ ਨੌਕਰੀ ਕੀਤੀ ਹੈ ਔਰ ਸਿਰਫ ਇਹਨਾਂ ਨੇ ਆਲ ਇੰਡੀਆ ਰੇਡੀਓ ਦੀ ਨੌਕਰੀ ਹੀ ਨਹੀਂ ਕੀਤੀ, ਇਹਨਾਂ ਨੇ ਕਲਮ ਦੀ ਨੌਕਰੀ ਵੀ ਕੀਤੀ ਹੈ। ਲਿਖਣ ਦਾ ਵੀ ਸ਼ੌਂਕ ਰੱਖਦੇ ਰਹੇ ਨੇ, ਵੱਖ-ਵੱਖ ਅਖਬਾਰਾਂ 'ਚ ਇਹਨਾਂ ਦੇ ਲੇਖ ਛਪਦੇ ਰਹੇ ਨੇ ਔਰ ਹੁਣ ਵੀ ਛਪਦੇ ਨੇ ਔਰ ਕਵਿਤਾ ਵੀ ਇਹ ਕਹਿੰਦੇ ਨੇ। ਸੋ ਆਓ ਮਿਲਦੇ ਹਾਂ ਇਸ ਸ਼ਖਸੀਅਤ ਨੂੰ। ਅਮਰਜੀਤ ਸਿੰਘ ਵੜੈਚ ਜੀ, ਬਹੁਤ ਸਵਾਗਤ ਹੈ ਜੀ ਸਾਡੇ ਇਸ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ ਜੀ। ਅਤੇ ਸਾਡੇ ਵੇਖਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਕਲਮ ਦੇ ਨਾਲ ਰਿਸ਼ਤਾ ਤੁਹਾਡਾ ਕਿੱਦਾਂ ਜੁੜਿਆ ਜਿਹੜਾ ਕਿ ਹੁਣ ਤੱਕ ਨਿਭ ਰਿਹਾ? ਬੀਰਿੰਦਰ ਜੀ, ਇਹ ਸੱਚਮੁੱਚ ਕਹਾਣੀ ਇਹ ਆ ਵੀ ਜਿਉਂ ਹੀ ਮੈਂ ਰੇਡੀਓ ਦੇ ਨਾਲ ਜੁੜਿਆ, ਆਕਾਸ਼ਵਾਣੀ ਦੇ ਨਾਲ, ਅਤੇ ਹੌਲੀ ਹਾਲਾਂਕਿ ਮੈਂ ਨੌਕਰੀ ਦੇ ਦੌਰਾਨ ਤਾਂ ਨਹੀਂ ਲਿਖ ਸਕਿਆ, ਪਰ ਅਖੀਰਲੇ ਦਿਨਾਂ ਦੇ ਵਿੱਚ ਜਾ ਕੇ ਮੈਨੂੰ ਲੱਗਿਆ ਕਿ ਮੈਂ ਬਹੁਤ ਸਾਰੇ ਜਿਹੜੇ ਲੇਖਕਾਂ ਦੇ ਨਾਲ ਇੱਥੇ ਉਹਨਾਂ ਦੀਆਂ ਰਿਕਾਰਡਿੰਗਸ ਕੀਤੀਆਂ, ਉਹਨਾਂ ਨਾਲ ਬੈਠ ਕੇ ਗੱਲਾਂ ਕੀਤੀਆਂ, ਜਿਹਦੇ ਵਿੱਚ ਸੁਰਜੀਤ ਪਾਤਰ ਹੈ, ਡਾਕਟਰ ਜਗਤਾਰ ਹੈ ਔਰ ਜਸਵੰਤ ਸਿੰਘ ਵਿਰਦੀ ਸਨ, ਇੱਥੇ ਹੋਰ ਬਹੁਤ ਸਾਰੇ ਨਾਮਵਰ ਜਿਹੜੇ ਸ਼ਾਇਰ ਲੇਖਕ ਹੈ। ਉਹਨਾਂ ਦਾ ਅਸਰ ਹੋਇਆ ਕਿ ਕਿਤੇ ਨਾ ਕਿਤੇ ਉਹ ਅੰਦਰ ਕਿਣਕਾ ਪਿਆ ਰਿਹਾ ਅਤੇ ਉਹ ਹੌਲੀ ਜਾ ਕੇ ਕੋਈ 45 ਕੁ ਸਾਲ ਦੀ ਉਮਰ ਦੇ ਵਿੱਚ ਕਵਿਤਾ ਦਾ ਰੂਪ ਲੈਣ ਲੱਗ ਪਿਆ। ਵੜੈਚ ਸਾਹਿਬ, ਜਦੋਂ ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਜਰਨਲਿਜ਼ਮ ਖ਼ਤਮ ਕਰਕੇ ਤੁਸੀਂ ਕਿਸੇ ਪੇਪਰ ਨਾਲ ਜੁੜੇ ਔਰ ਇਹ ਤੁਹਾਡਾ ਸ਼ੌਕ ਸੀ ਕਿ ਇਸ ਫੀਲਡ ਦੀ ਪੜ੍ਹਾਈ ਕੀਤੀ ਸੀ ਅਤੇ ਬਦੋ ਰੁੱਤੀ ਤੁਹਾਨੂੰ ਇਸ ਖੇਤਰ 'ਚ ਆਉਣਾ ਪਿਆ? ਦਰਅਸਲ ਮੇਰਾ ਪਿਛੋਕੜ ਜਿਹੜਾ ਉਹ ਇੱਕ ਪਿੰਡ ਨਾਲ ਹੈ, ਫਤਿਹਪੁਰ ਰਾਜਪੂਤਾਂ ਪਟਿਆਲੇ ਦਾ। ਸਾਡੇ ਪਿੰਡ ਇੱਕ ਕਹਾਣੀਕਾਰ ਨੇ ਨਾਮਵਰ ਕਿਰਪਾਲ ਕਜ਼ਾਕ ਜੀ, ਉਹਨਾਂ ਦੇ ਨਾਲ ਅਸੀਂ ਰਹਿੰਦੇ ਰਹੇ, ਉਹਨਾਂ ਤੋਂ ਪ੍ਰਭਾਵ ਹੋਇਆ ਕੁਝ ਪੜ੍ਹਨ ਦਾ, ਲਿਖਣ ਦਾ, ਅਤੇ ਉਸ ਤੋਂ ਬਾਅਦ ਸਨੌਰ ਪੜ੍ਹਿਆ, ਮੋਦੀ ਕਾਲਜ ਪੜ੍ਹਿਆ। ਅਤੇ ਉੱਥੇ ਮੇਰੇ ਇੱਕ ਅਧਿਆਪਕ ਨੇ ਮੈਨੂੰ ਕਿਹਾ, ਮੈਡਮ ਬਰਜਿੰਦਰ ਕੌਰ ਸੀ, ਕਿ ਅਮਰਜੀਤ ਤੂੰ ਨਾ ਲਿਖਣ ਦਾ ਤੈਨੂੰ ਸ਼ੌਕ ਹੈ, ਤੂੰ ਪੱਤਰਕਾਰੀ ਦੀ ਡਿਗਰੀ ਕਰ ਲਾ। ਅਤੇ ਉਹ ਇੱਕ ਛੋਟਾ ਜਿਹਾ ਜਿਹੜਾ ਪੁਆਇੰਟ ਸੀ ਉਹਨੇ ਮੇਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਅਤੇ ਮੈਂ ਜਰਨਲਿਜ਼ਮ ਕੀਤੀ, ਮੇਰਾ ਸ਼ੌਕ ਬਣ ਗਿਆ ਲਿਖਣ ਦਾ, ਅਤੇ ਉਸ ਤੋਂ ਬਾਅਦ ਫਿਰ ਇੱਕ ਉੱਥੇ ਸਥਾਨਕ ਪੇਪਰ ਸੀ ਉਹਦੇ ਵਿੱਚ ਨੌਕਰੀ ਕੀਤੀ। ਨਾਲ ਦੀ ਨਾਲ ਹੀ ਲੋਕ ਸੰਪਰਕ ਵਿਭਾਗ ਦੇ ਵਿੱਚ ਮਿਲ ਗਈ ਨੌਕਰੀ, ਚੰਡੀਗੜ੍ਹ ਐਜ਼ ਏ ਇਨਫੋਰਮੇਸ਼ਨ ਆਫਿਸਰ। ਲੇਕਿਨ ਜਦੋਂ ਅਸੀਂ ਪਿੰਡ ਰਹਿੰਦੇ ਸੀ ਤਾਂ ਉਸ ਵਕਤ ਰੇਡੀਓ ਸੁਣਦੇ ਹੁੰਦੇ ਸੀ ਜੀ, ਔਰ ਰੇਡੀਓ 'ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਸੀ, ਦਿਹਾਤੀ ਪ੍ਰੋਗਰਾਮ, ਫਿਰ ਜਾਗਰਿਤ ਪ੍ਰੋਗਰਾਮ ਬੜਾ ਮਸ਼ਹੂਰ ਰਿਹਾ, ਇਸੇ ਤਰ੍ਹਾਂ ਹੋਰ ਬੜੇ ਸਾਰੇ ਪ੍ਰੋਗਰਾਮ। ਅਤੇ ਸੋਚਣਾ ਕਿ ਇਹ ਰੇਡੀਓ ਦੇ ਵਿੱਚ ਜਿਹੜੇ ਲੋਕ ਬੋਲ ਰਹੇ ਨੇ ਇਹ ਇੰਨਾ ਕੁਝ ਕਿਵੇਂ ਕਰਦੇ। ਮੈਨੂੰ ਛੋਟੀ ਜਿਹੀ ਘਟਨਾ ਯਾਦ ਆ, ਕੋਈ ਲੋਹੜੀ 'ਤੇ ਫੀਚਰ ਆ ਰਿਹਾ ਸੀ ਬੀਰਿੰਦਰ ਜੀ ਜੀ ਜੀ, ਅਤੇ ਉਹਦੇ ਵਿੱਚ ਇੱਕ ਕੋਈ ਔਰਤ ਬੋਲ ਰਹੀ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਮੈਡਮ ਸੁਖਜਿੰਦਰ ਜੀ ਨੇ ਜੀ। ਅਤੇ ਉਹਦੇ ਪਿੱਛੇ ਗਿੱਧਾ ਵੀ ਚੱਲ ਰਿਹਾ ਸੀ, ਕਿਤੇ ਡੰਗਰਾਂ ਦੀ ਆਵਾਜ਼ ਆ ਰਹੀ ਸੀ। ਮੈਂ ਸੋਚਾਂ ਇਹ ਇੰਨਾ ਕੁਝ ਕਿਵੇਂ ਕਰ ਲੈਂਦੇ ਹੋਣੇ ਆ। ਜੀ ਜੀ, ਮੈਨੂੰ ਲੱਗਦਾ ਕਿ ਉਹ ਰੇਡੀਓ ਨੇ ਅੰਦਰ ਇੱਕ ਇਸ ਤਰ੍ਹਾਂ ਦਾ ਬੀਜ ਬੀਜਿਆ ਕਿ ਰੇਡੀਓ ਨਾਲ ਸਾਂਝ ਹੋ ਗਈ ਜੀ। ਔਰ ਫਿਰ UPSC ਦੀਆਂ ਪੋਸਟਾਂ ਨਿਕਲੀਆਂ ਅਤੇ ਅਪਲਾਈ ਕੀਤਾ। ਮੇਰੇ ਇੱਕ ਅਧਿਆਪਕ ਨੇ, ਡਾਕਟਰ ਨਵਜੀਤ ਜੌਲ, ਮੈਨੂੰ ਕਹਿੰਦੇ ਅਮਰਜੀਤ ਤੇ ਫਾਰਮ ਭਰ ਦੇ। ਇਸ ਤਰ੍ਹਾਂ ਸ਼ੁਰੂਆਤ ਹੋਈ ਔਰ ਰੇਡੀਓ ਦੇ ਵਿੱਚ ਜਿਹੜੀ ਹੈ ਜੀ ਉਹ ਮੌਕਾ ਮਿਲਿਆ ਕੰਮ। ਅਮਰਜੀਤ ਜੀ, ਜਦੋਂ ਤੁਸੀਂ ਆਲ ਇੰਡੀਆ ਰੇਡੀਓ 'ਚ ਆਏ, ਆਕਾਸ਼ਵਾਣੀ 'ਚ ਆਏ, ਉਹ ਦੌਰ ਹੀ ਰੇਡੀਓ ਦਾ ਹੁੰਦਾ ਸੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਿੰਡਾਂ 'ਚ ਰੇਡੀਓ ਸੁਣਦੇ ਹੁੰਦੇ ਸੀ, ਔਰ ਉਸ ਰੇਡੀਓ ਦਾ ਹਿੱਸਾ ਬਣਨਾ ਔਰ ਉਸ ਅਦਾਰੇ 'ਚ ਆਫਿਸਰ ਬਣਨਾ, ਇਹ ਕਿੱਦਾਂ ਦੀ ਫੀਲਿੰਗ, ਕਿੱਦਾਂ ਦੇ ਜਜ਼ਬਾਤ ਸੀ ਜਦੋਂ ਰੇਡੀਓ ਨਾਲ ਪਹਿਲੇ ਦਿਨ ਤੁਸੀਂ ਜੌਬ ਜੁਆਇਨ ਕਰਨ ਗਏ? ਉਹ ਜਿਵੇਂ ਪੰਜਾਬੀ 'ਚ ਕਹਾਵਤ ਹੈ,
ਵੀ ਰੱਬ ਜਦੋਂ ਦਿੰਦਾ ਹੈ ਨਾ ਉਹ ਛੱਪੜ ਫਾੜ ਕੇ ਹੀ ਦਿੰਦਾ ਜੀ। ਤੇ ਮੈਨੂੰ ਐਂ ਲੱਗਿਆ ਵੀ ਸੱਚਮੁੱਚ ਰੱਬ ਨੇ ਮੇਰੇ ਲਈ ਤੇ ਛੱਪੜ ਹੀ ਫਾੜ ਦਿੱਤਾ ਜੀ ਵੀ ਲੈ ਲਾ ਜੋ ਕੁਛ ਲੈਣਾ ਜੀ। ਏਡੀ ਵੱਡੀ, ਕਿਉਂਕਿ ਅਸੀਂ ਪਿੰਡਾਂ ਚੋਂ ਪੜ੍ਹ ਕੇ ਆਏ ਸੀ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਮੇਰੀ ਔਕਾਤ ਇੰਨੀ ਹੈ ਕਿ ਇੱਥੇ ਆ ਕੇ ਨੌਕਰੀ ਕਰਾਂਗੇ, ਇੰਨੇ ਵਧੀਆ ਲੋਕਾਂ ਦੇ ਵਿੱਚ ਰਵਾਂਗੇ ਜੀ। ਉਹ ਬਹੁਤ ਵੱਡੀ ਇੱਕ ਜਿਹੜੀ ਆ ਨਾ ਪ੍ਰਾਪਤੀ ਸਮਝਦਾ ਸੀ ਮੈਂ ਆਪਣੇ ਆਪ ਵਿੱਚ। ਰਿਸ਼ਤੇਦਾਰਾਂ 'ਚ, ਦੋਸਤਾਂ ਮਿੱਤਰਾਂ 'ਚ, ਪਿੰਡ ਵਾਲਿਆਂ ਨੇ ਤਾਂ ਉਹਨਾਂ ਨੇ ਕਹਿਣਾ ਵੀ ਉਹ ਤਾਂ ਮੁੰਡਾ ਤਾਂ ਬਹੁਤ ਵੱਡਾ ਅਫਸਰ ਲੱਗ ਗਿਆ ਜੀ। ਸੱਚਮੁੱਚ ਇੱਕ ਬਹੁਤ ਮਾਣ ਦੀ ਗੱਲ ਸੀ ਔਰ ਉਸ ਮਾਣ ਨੂੰ ਮੈਂ ਨਿਭਾਇਆ ਵੀ ਹੈ। ਜੀ ਬਿਲਕੁਲ ਬਿਲਕੁਲ। ਔਰ ਅਮਰਜੀਤ ਵੜੈਚ ਜੀ, ਉਦੋਂ ਤੇ ਹੁਣ ਵੀ ਵੈਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਰੇਡੀਓ ਨਾਲ ਲੋਕੀ ਸਿਰਫ ਆਪਣੀਆਂ ਘੜੀਆਂ ਹੀ ਨਹੀਂ ਸੀ ਮਿਲਾਉਂਦੇ, ਬਲਕਿ ਤਲੱਫਜ਼ ਵੀ ਮਿਲਾਉਂਦੇ ਸੀ। ਔਰ ਜਿਹੜੇ ਕੋਈ ਵਿਦਿਆਰਥੀ ਹੁੰਦੇ ਸੀ ਉਹਨਾਂ ਨੂੰ ਉਦੋਂ ਵੀ ਤੇ ਅੱਜ ਵੀ ਇਹ ਤਾਕੀਦ ਕੀਤੀ ਜਾਂਦੀ ਹੈ ਵੀ ਤੁਸੀਂ ਰੇਡੀਓ ਦੀਆਂ ਖਬਰਾਂ ਸੁਣਿਆ ਕਰੋ, ਨਿਊਜ਼ ਸੁਣਿਆ ਕਰੋ। ਸੋ ਰੇਡੀਓ ਨਾਲ ਜੁੜ ਕੇ ਤੁਸੀਂ ਜ਼ਾਤੀ ਤੌਰ 'ਤੇ ਕੀ ਮਹਿਸੂਸ ਕੀਤਾ ਕਿ ਤੁਹਾਡੀ ਸ਼ਖਸੀਅਤ ਨੂੰ ਇਹਨੇ ਕਿੰਨਾ ਕੁ ਬਦਲਿਆ, ਕਿੰਨਾ ਕੁ ਸੁਧਾਰਿਆ, ਕਿੰਨਾ ਕੁ ਪੜਚੋਲਿਆ? ਮੈਂ ਸਮਝਦਾ ਕਿ ਜਦੋਂ ਮੈਂ ਪਿੰਡ 'ਚ ਸੀ ਤੇ ਉਦੋਂ ਬਾਅਦ ਹੁਣ ਤੱਕ ਮੈਂ ਆਪਣੇ ਆਪ ਨੂੰ ਜੇ ਵੇਖਾਂ ਖੋਲ ਕੇ ਤੇ ਇੰਨਾ ਕੁਝ ਰੇਡੀਓ ਨੇ ਦਿੱਤਾ ਹੈ। ਸਭ ਤੋਂ ਵੱਡੀ ਚੀਜ਼ ਜਿਹੜੀ ਦਿੱਤੀ ਉਹਨੇ ਭਾਸ਼ਾ ਜੀ। ਪੰਜਾਬੀ ਭਾਸ਼ਾ ਸਾਫ਼ ਲਿਖਣੀ ਤੇ ਸਾਫ਼ ਬੋਲਣੀ ਇਹ ਕਿਸੇ ਨੂੰ ਆਉਂਦੀ ਹੈ ਜੀ। ਤੇ ਰੇਡੀਓ ਦਾ ਜ਼ਮਾਨਾ ਉਹ ਸੀ ਕਿ ਜਿਸ ਵਕਤ ਪੰਜਾਬੀ ਦਾ ਇੱਕ ਸ਼ਬਦ ਵੀ ਮਾੜਾ ਜਿਹਾ ਬਿੰਦੀ ਵੀ ਗਲਤ ਬੋਲਦੇ ਸੀ ਤੇ ਉਹ ਵੀ ਬਰਦਾਸ਼ਤ ਨਹੀਂ ਸੀ ਹੁੰਦੀ। ਹੁਣ ਤੇ ਸਥਿਤੀਆਂ ਬਦਲ ਗਈਆਂ ਜੀ। ਸੋ ਭਾਸ਼ਾ ਦੇ ਉੱਤੇ ਮੁਹਾਰਤ ਮੁਹਾਰਤ ਤਾਂ ਨਹੀਂ ਕਹਿ ਸਕਦਾ, ਪਰ ਪੰਜਾਬੀ ਭਾਸ਼ਾ ਲਈ ਬਹੁਤ ਕੁਝ ਸਿੱਖਿਆ, ਸੱਭਿਆਚਾਰ ਬਾਰੇ ਸਿੱਖਿਆ ਔਰ ਸਾਹਿਤ ਨਾਲ ਜੁੜੇ ਆ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੇਰੀ ਇਹ 32 ਸਾਲਾਂ ਦੇ ਵਿੱਚ ਮੈਂ ਸਿੱਖੀ ਹੈ ਉਹ ਆਪਣੇ ਦੇਸ਼ ਬਾਰੇ ਸਿੱਖੀ ਹੈ ਜੀ। ਕਿ ਅਸੀਂ ਸੁਣਦੇ ਸੀ ਕਿ ਵਿਭਿੰਨਤਾ ਦੇ ਵਿੱਚ ਜਿਹੜੀ ਆ ਉਹ ਏਕਤਾ ਹੈ, ਅਨੇਕਤਾ ਵਿੱਚ ਏਕਤਾ ਹੈ। ਇਹ ਸਿੱਖੀ ਹੈ ਕਿ ਉਹ ਅਨੇਕਤਾ ਵਿੱਚ ਏਕਤਾ ਦੀ ਪਰਿਭਾਸ਼ਾ ਕੀ ਹੈ ਜੀ। ਕਿੰਨਾ ਸੱਭਿਆਚਾਰ ਹੈ ਸਾਡੇ ਕੋਲੇ, ਕਿੰਨੇ ਧਰਮ ਨੇ, ਕਿੰਨੇ ਲੋਕ ਨੇ, ਕਿੰਨੀਆਂ ਬੋਲੀਆਂ ਨੇ। ਉਹਨਾਂ ਨੂੰ ਅਸੀਂ ਜਿਹੜਾ ਸਾਡਾ ਨੈਸ਼ਨਲ ਸਿੰਪੋਜ਼ੀਅਮ ਹੁੰਦਾ ਜੀ ਹਰ ਸਾਲ 26 ਜਨਵਰੀ 'ਤੇ, ਜਿਹਦੇ ਵਿੱਚ ਸਾਰੀਆਂ ਭਾਸ਼ਾਵਾਂ ਦੇ ਕਵੀ ਆਉਂਦੇ ਆ, ਸਾਰੇ ਦੇਸ਼ ਦੀਆਂ ਭਾਸ਼ਾਵਾਂ ਦੀਆਂ ਕਵਿਤਾਵਾਂ ਪੜ੍ਹਨੀਆਂ, ਫਿਰ ਉਹਨਾਂ ਦੀ ਟਰਾਂਸਲੇਸ਼ਨ ਕਰਾਉਣੀ। ਮੈਨੂੰ ਲੱਗਦਾ ਇਹ ਸਭ ਕੁਝ ਜਿਹੜਾ ਮਿਲਿਆ ਹੈ ਔਰ ਲੋਕਾਂ ਨਾਲ ਕਿਵੇਂ ਮਿਲਣਾ ਹੈ, ਕਿਵੇਂ ਗੱਲਬਾਤ ਕਰਨੀ ਹੈ ਜੀ, ਕਿਵੇਂ ਬਹੁਤ ਸਾਰੇ ਲੋਕਾਂ ਦੇ ਵਿੱਚ ਬੈਠ ਕੇ ਤੁਸੀਂ ਗੱਲਬਾਤ ਕਰਨ ਦਾ ਸਲੀਕਾ ਤੁਹਾਨੂੰ ਹੈ, ਇਹ ਸਾਰਾ ਕੁਝ ਆਕਾਸ਼ਵਾਣੀ ਨੇ ਸਿਖਾਇਆ। ਤੁਹਾਡੇ ਵਰਗੇ ਜਿਹੜੇ ਨਾਲ ਕੰਮ ਕੀਤੇ ਜਿਨ੍ਹਾਂ ਦੇ ਹਾਂਜੀ ਸਾਡੇ ਸੀਨੀਅਰਸ ਰਹੇ, ਉਹਨਾਂ ਨੇ ਸਿਖਾਇਆ। ਜ਼ਿੰਦਗੀ ਨੂੰ ਇੱਕ ਵੱਖਰੀ ਕੈਨਵਸ ਦੇ ਉੱਤੇ ਲਿਆ ਕੇ ਬਿਠਾ ਦਿੱਤਾ ਰੇਡੀਓ ਨੇ ਜੀ। ਅਮਰਜੀਤ ਵੜੈਚ ਜੀ, ਆਮ ਤੌਰ 'ਤੇ ਸਾਡਾ ਜੋ ਇੱਥੇ ਸਮਾਜ ਹੈ, ਸੱਭਿਆਚਾਰ ਹੈ, ਇੱਥੇ ਸੁਭਾਅ ਇਹ ਹੁੰਦਾ ਕਿ ਜੇ ਕਿਤੇ ਜਾਣਾ ਹੈ ਤਾਂ ਕੋਈ ਨਹੀਂ, ਚਲੇ ਜਾਵਾਂਗੇ। 10-15 ਮਿੰਟ ਵੇਟ ਵੀ ਕਰਨੀ ਪਈ ਕਿਸੇ ਨੂੰ ਤੇ ਕੋਈ ਗੱਲ ਨਹੀਂ। ਸਾਡੀਆਂ ਰੇਲ ਗੱਡੀਆਂ ਵੀ ਨੇ, ਉਹ ਵੀ ਸਮੇਂ 'ਤੇ ਨਹੀਂ ਆਉਂਦੀਆਂ, ਪਰ ਜਿਹੜਾ ਰੇਡੀਓ ਪ੍ਰੋਗਰਾਮ ਹੈ ਉਹ ਤਾਂ ਆਪਣੇ ਸਮੇਂ 'ਤੇ ਹੀ ਬ੍ਰੌਡਕਾਸਟ ਹੋਣਾ ਹੈ, ਪ੍ਰਸਾਰਿਤ ਹੋਣਾ ਹੈ। ਸੋ ਐਜ਼ ਅ ਪ੍ਰੋਗਰਾਮ ਆਫਿਸਰ ਅਨੁਸ਼ਾਸਨ ਦਾ ਕਿੱਡਾ ਕੁ ਵੱਡਾ ਰੋਲ ਸੀ ਔਰ ਉਸ ਅਨੁਸ਼ਾਸਨ ਨੇ ਤੁਹਾਨੂੰ ਕਿੰਨਾ ਕੁ ਸਿਖਾਇਆ ਜੀ ਇਸ ਜੌਬ 'ਚ? ਮੈਂ ਇੱਥੋਂ ਗੱਲ ਸ਼ੁਰੂ ਕਰੂੰਗਾ। ਇਸ ਚੀਜ਼ ਦਾ ਮੈਨੂੰ ਰੇਡੀਓ 'ਚ ਆ ਕੇ ਬੜਾ ਵੱਡਾ ਨੁਕਸਾਨ ਹੋਇਆ। ਅੱਛਾ ਜੀ। ਅੱਛਾ, ਤੁਸੀਂ ਹੱਸੇ ਬਿਲਕੁਲ ਠੀਕ ਹੋ, ਕਿਉਂਕਿ ਬਾਅਦ 'ਚ ਵੀ ਇਹੀ ਗੱਲ ਹੋਣੀ ਸੀ। ਰੇਡੀਓ 'ਚ ਆ ਕੇ ਜਿਹੜੀ ਟਾਈਮ ਦੀ ਪਾਬੰਦੀ ਸਿੱਖੀ ਆ ਅਸੀਂ ਜੀ। ਮਤਲਬ ਜੇ 7:50 ਹੈ ਤੇ ਉਹਦਾ ਮਤਲਬ ਹੈ ਵੀ 7:49 ਤੇ 50 ਸੈਕਿੰਡ ਹੀ ਹੈ। ਬਿਲਕੁਲ 1 ਮਿੰਟ ਉੱਪਰ ਨਹੀਂ ਹੈਗਾ ਜੀ। ਔਰ ਉਸ ਚੀਜ਼ ਨੇ ਡਿਸਿਪਲਿਨ ਇੰਨਾ ਸਮਝਾਇਆ ਕਿ ਹੁਣ ਵੀ ਘਰੇ ਕਿਤੇ ਜਾਣਾ ਹੁੰਦਾ ਹੈ ਤੇ ਆਮ ਤੇ ਸਾਡੇ ਭਾਰਤੀਆਂ ਦੀ ਇਹੀ ਆਦਤ ਹੈ ਨਾ ਵੀ ਹਾਂ 11 ਵਜੇ ਜਾਣਾ, ਕੋਈ ਨਹੀਂ 12 ਵਜੇ ਪਹੁੰਚ ਜਾਵਾਂਗੇ। ਲੇਕਿਨ ਮੈਨੂੰ ਨਾ ਫਿਰ ਉਹ ਅਚਵੀ ਲੱਗ ਜਾਂਦੀ ਹੈ ਵੀ 11 ਵਜੇ ਦਾ ਟਾਈਮ ਦਿੱਤਾ, ਕਿਤੇ ਵਰਿੰਦਰ ਜੀ ਉਡੀਕਦੇ ਹੋਣਗੇ ਤੇ ਮੈਂ ਪਹਿਲਾਂ ਪਹੁੰਚ ਜਾਵਾਂ। ਉਹਦਾ ਨੁਕਸਾਨ ਇਹ ਹੋਇਆ, ਫਾਇਦਾ ਤੇ ਬਹੁਤ ਹੈ ਜੀ ਕਿ ਵੀ ਤੁਸੀਂ ਟਾਈਮ ਸਿਰ ਪਹੁੰਚਦੇ ਹੋ, ਤੁਹਾਨੂੰ ਕੋਈ ਇਹ ਨਹੀਂ ਕਹਿੰਦਾ ਜੀ ਤੁਸੀਂ ਲੇਟ ਆਏ ਹੋ, ਤੁਹਾਨੂੰ ਗਿਲਟੀ, ਤੁਸੀਂ ਦੋਸ਼ੀ ਨਹੀਂ ਮਹਿਸੂਸ ਹੁੰਦੇ। ਲੇਕਿਨ ਉਹਦਾ ਕਈ ਵਾਰੀ ਨੁਕਸਾਨ ਇਹ ਹੁੰਦਾ ਹੈ ਕਿ ਤੁਹਾਨੂੰ ਅਚਵੀ ਲੱਗ ਜਾਂਦੀ ਹੈ ਨਾ ਜਦੋਂ ਫਿਰ ਦੂਸਰਾ ਤਿਆਰ ਨਹੀਂ ਹੋ ਰਿਹਾ ਤੇ ਤੁਸੀਂ ਤਿਆਰ ਹੋ ਕੇ ਬੈਠੇ ਹੋ ਜਾਂ ਤੁਸੀਂ ਪਹੁੰਚ ਗਏ ਹੋ ਤੇ ਦੂਸਰਾ ਉੱਥੇ ਆਇਆ ਨਹੀਂ, ਤਾਂ ਉਸ ਵੇਲੇ ਫਿਰ ਤੁਹਾਡਾ ਕਈ ਵਾਰੀ ਨਾ BP ਜਿਹੜਾ ਉਹ ਵਧਣ ਲੱਗ ਪੈਂਦਾ, ਉਡੀਕਣਾ ਜਿਹੜਾ ਔਖਾ ਲੱਗਦਾ। ਪਰ ਮੈਨੂੰ ਲੱਗਦਾ ਹੈ ਕਿ ਜੋ ਵੀ ਕੋਈ ਵੀ ਵਿਅਕਤੀ ਅਗਰ ਅੱਗੇ ਵਧਣਾ ਚਾਹੁੰਦਾ ਹੈ, ਸਭ ਤੋਂ ਪਹਿਲਾਂ ਉਸ ਦੀ ਟਾਈਮ ਦੀ ਪਾਬੰਦੀ ਅਗਰ ਤੁਸੀਂ ਜ਼ਿੰਦਗੀ 'ਚ ਬਣਾ ਲਈ ਤਾਂ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਸਾਡੇ ਜਿੰਨੇ ਵੀ ਰਾਸ਼ਟਰੀ ਸਮਾਗਮ ਹੁੰਦੇ ਆ ਜਿਹਦੇ ਵਿੱਚ ਸਾਡਾ ਚਾਹੇ ਉਹ 15 ਅਗਸਤ ਹੈ, ਚਾਹੇ 26 ਜਨਵਰੀ ਹੈ, ਚਾਹੇ ਜਿੱਥੇ ਵੀ ਰਾਸ਼ਟਰਪਤੀ ਸਾਹਿਬ ਨੇ ਜਾਣਾ ਹੋਵੇ, ਉਹ ਮਾਡਲ ਨੇ ਸਾਡੇ ਕੋਲੇ ਟਾਈਮ ਦੇ। ਕਦੇ 1 ਮਿੰਟ ਇੱਧਰ ਨਹੀਂ, ਕਦੇ 1 ਮਿੰਟ ਉੱਧਰ ਨਹੀਂ। ਸੋ ਜ਼ਿੰਦਗੀ 'ਚ ਟਾਈਮ ਤੇ ਸ਼ਡਿਊਲ ਤੇ ਜਾਣਾ ਆਉਣਾ
ਮੈਨੂੰ ਲੱਗਦਾ ਇਹ ਤੁਹਾਡੀ ਜ਼ਿੰਦਗੀ ਦਾ ਅਸੂਲ ਬਣ ਜੇ ਤੇ ਤੁਸੀਂ ਕਾਮਯਾਬ ਹੀ ਹੋ। ਅੱਛਾ ਅਮਰਜੀਤ ਵੜੈਚ ਜੀ, 31 ਸਾਲ ਦਾ ਨੌਕਰੀ ਦਾ ਸਫ਼ਰ ਬਹੁਤ ਲੰਮਾ ਹੈ ਔਰ ਰੇਡੀਓ ਦੀ ਨੌਕਰੀ 'ਚ ਤੁਸੀਂ ਦੱਸਿਆ ਵੀ ਅਨੁਸ਼ਾਸਨ ਵੀ ਬਹੁਤ ਜ਼ਰੂਰੀ ਹੈ ਔਰ ਹਰ ਪੜਾਅ 'ਤੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਆਈਆਂ ਹੋਣਗੀਆਂ ਔਰ ਰੇਡੀਓ 'ਚ ਕੰਮ ਕਰਦਿਆਂ ਜਿਹੜੀ ਵੀ ਚੁਣੌਤੀ ਹੈ ਉਹ ਦਬਾਅ 'ਤੇ ਸਾਰਾ ਮਾਨਸਿਕ ਤੌਰ 'ਤੇ ਹੀ ਹੁੰਦਾ। ਸੋ ਮਾਨਸਿਕ ਤੌਰ 'ਤੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਤੁਸੀਂ ਕੀ ਸਮਝਦੇ ਹੋ ਕਿ ਸ਼ਖਸੀਅਤ 'ਚ ਕਿੱਦਾਂ ਦਾ ਨਿਖਾਰ ਆਇਆ ਹੈ? ਹਾਂ, ਤੁਸੀਂ ਜਦੋਂ ਪ੍ਰੈਸ਼ਰ 'ਚ ਹੁੰਦੇ ਹੋ ਤੇ ਤੁਹਾਡੇ ਅੱਗੇ ਟਾਰਗੇਟ ਵੀ ਹੁੰਦਾ ਹੈ। ਮੈਨੂੰ ਯਾਦ ਹੈ ਇੱਕ ਪ੍ਰੋਗਰਾਮ ਬਣਾਉਂਦੇ ਸੀ ਅਸੀਂ, ਪੰਜਾਬ ਦੇ ਗੌਰਵ ਜੀ, ਰਜਿੰਦਰ ਪ੍ਰਸਾਦ ਜੀ ਸਾਡੇ ਸਟੇਸ਼ਨ ਡਾਇਰੈਕਟਰ ਸੀ, ਤੇ ਉਸ ਵੇਲੇ ਪ੍ਰੋਗਰਾਮ ਕਦੇ ਮੁੜ ਪ੍ਰਸਾਰਿਤ ਨਹੀਂ ਸੀ ਹੁੰਦੇ, ਰਿਪੀਟ ਜਿਹਨੂੰ ਕਹਿੰਦੇ ਆ ਜੀ ਜੀ। ਤੇ ਉਹਨਾਂ ਨੇ ਮੈਨੂੰ ਮੇਰੀ ਡਿਊਟੀ ਲਾਤੀ, ਮੈਂ ਬਿਲਕੁਲ ਨਵਾਂ ਸੀ ਤੇ ਇੱਕ ਵਾਰੀ ਕੀ ਹੋਇਆ ਕਿ ਪ੍ਰੋਗਰਾਮ ਨਹੀਂ ਬਣ ਸਕਿਆ। ਉਹ ਹਰ ਮਹੀਨੇ ਬਾਅਦ ਪ੍ਰੋਗਰਾਮ ਜਾਂਦਾ ਸੀ, ਉਦੋਂ ਟੇਪਾਂ ਤੇ ਹੁੰਦਾ ਸੀ ਸਾਰਾ ਕੁਝ, ਡਿਜੀਟਲ ਤੇ ਹੁਣ ਆ ਗਿਆ। ਤੇ ਮੇਰੀ ਇੰਨੀ ਹਿੰਮਤ ਨਹੀਂ ਸੀ ਪੈ ਰਹੀ ਕਿ ਮੈਂ ਉਹਨਾਂ ਨੂੰ ਜਾ ਕੇ ਕਹਾਂ ਕਿ ਸਰ ਪ੍ਰੋਗਰਾਮ ਨਹੀਂ ਬਣਿਆ ਤੇ ਇਸ ਵਾਰ ਰਿਪੀਟ ਕਰ ਲੈਣ ਦਿਓ, ਕਿਉਂਕਿ ਰਿਪੀਟ ਕਰਨਾ ਬੜਾ ਵੱਡਾ ਗੁਨਾਹ ਸਮਝਿਆ ਜਾਂਦਾ ਸੀ ਜੀ। ਲੇਕਿਨ ਮੈਂ ਨਵਾਂ ਸੀ, ਪਹਿਲਾ ਪ੍ਰੋਗਰਾਮ ਮਤਲਬ ਪਹਿਲੇ 5-4 ਪ੍ਰੋਗਰਾਮਾਂ ਤੋਂ ਬਾਅਦ ਰਿਪੀਟ ਕਰਨਾ ਪੈ ਗਿਆ। ਜਦੋਂ ਮੈਂ ਉਹਨਾਂ ਨੂੰ ਜਾ ਕੇ ਕਿਹਾ ਤਾਂ ਮੈਨੂੰ ਅੱਜ ਵੀ ਯਾਦ ਹੈ ਕਿ ਉਹ ਕਿਸ ਢੰਗ ਨਾਲ ਮੈਨੂੰ ਗੁੱਸੇ ਹੋਏ ਸੀ ਔਰ ਇਸ ਤੋਂ ਬਾਅਦ ਮੇਰੇ ਕੋਲ ਕੋਈ ਉਹਨਾਂ ਨੂੰ ਕਹਿਣ ਨੂੰ ਕੋਈ ਲੌਜਿਕ ਨਹੀਂ ਸੀ, ਕੋਈ ਗੱਲ ਨਹੀਂ ਸੀ ਔਰ ਮੈਂ ਨਿਕਲ ਗਿਆ। ਔਰ ਮੇਰੇ ਤੇ ਇੰਨਾ ਪ੍ਰੈਸ਼ਰ ਵੀ ਸਟੇਸ਼ਨ, ਕਿਉਂਕਿ ਸਟੇਸ਼ਨ ਡਾਇਰੈਕਟਰ ਦਾ ਬਹੁਤ ਵੱਡੀ ਸ਼ਖਸੀਅਤ ਸੀ, ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਬੜਾ ਸੀ ਜੀ। ਸੋ ਮੈਂ ਬੜੇ ਪ੍ਰੈਸ਼ਰ 'ਚ ਆ ਗਿਆ ਕਿ ਪ੍ਰੋਗਰਾਮ ਜਾਣਾ ਹੈ, ਹਫਤਾ ਰਹਿ ਗਿਆ। ਸੋ ਵੀਰਿੰਦਰ ਜੀ, ਉਹ ਦਿਨ ਮੈਂ ਅੱਜ ਵੀ ਮਹਿਸੂਸ ਕਰਦਾ, ਲੇਕਿਨ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜਿਸ ਦਿਨ ਪ੍ਰੋਗਰਾਮ ਮੈਂ ਬਣਾ ਲਿਆ। ਉਹ ਪ੍ਰੋਗਰਾਮ ਹਫਤੇ ਦੇ ਵਿੱਚ ਅੱਛਾ ਸਰਦਾਰ ਸੋਹਣ ਸਿੰਘ ਤੇ ਬਣਾਇਆ ਜੋ ਆਗਰਾ ਘਰਾਣੇ ਦੇ ਸੀ। ਵਾਹ ਜੀ ਵਾਹ। ਤੇ ਮੇਰੇ ਪਟਿਆਲੇ ਨਾਲ ਸੰਬੰਧਿਤ ਸੀਗਾ ਕਾਫੀ ਲੋਕ। ਜਦੋਂ ਬਣਾ ਕੇ ਮੈਂ ਸਟੇਸ਼ਨ ਡਾਇਰੈਕਟਰ ਸਾਹਿਬ ਨੂੰ ਮਿਲਣ ਗਿਆ ਬ੍ਰੌਡਕਾਸਟ ਹੋਣ ਤੋਂ ਬਾਅਦ ਜੀ, ਮੈਨੂੰ ਬਿਠਾ ਕੇ ਕਹਿੰਦੇ आपने गुस्सा तो बहुत किया होगा मेरी बात का, अच्छा लेकिन अब बताओ। बिल्कुल। फिर मैनू लग्या कि प्रैशर दे विच रह के और लिमिटेड सोर्सेज दे विच रह के जी और अपनी तुसी कमिटमेंट ब्रॉडकास्टिंग प्रति कमिटमेंट सी है कि प्रोग्राम महीने बाद नवा ही जाना जी जी। और अमरजीत वड़ैच जी, ये कहा जाता है कि रेडियो एक ऐसा साधन है जिहड़ा सब तो सौखा साधन है और साडे देश 'च ज़्यादा तो ज़्यादा लोगों तक पहुँचता। किते भी हड़ आ जाए, आपदा आ जाए या कोरोना वायरस के दिन चल रहे हैं और रेडियो एक ऐसा साधन है जिहड़ा हर किसी तक पहुँच के उन्होंने अपडेट करता। सो इदां दे जदों हालात बनते हैं, कोई आपदा आ गई, कोई मुश्किल आ गई, उहदे 'च तुसीं की समझदे हो कि रेडियो दा रोल किदां दा रहा और तुहानूं उहदे 'च किस तरीके दे नाल काम करना पिया? वीरेंद्र जी, सचमुच तुसीं बड़ा, तुहानूं पता नहीं किवें पता लग गया भी इस विषय ते मैं बहुत वधिया जवाब दे सकदा जी। 2010 ਦੇ ਵਿੱਚ ਪਟਿਆਲੇ ਦੇ ਵਿੱਚ ਘੱਗਰ ਦੇ ਵਿੱਚ ਬਹੁਤ ਤਕੜਾ ਹੜ੍ਹ ਆਇਆ। ਅੱਛਾ। ਔਰ ਸਮਝ ਲਓ ਕੋਈ 80-90 ਪਿੰਡ ਜਿਹੜੇ ਆ ਉਹ 20-20 ਫੁੱਟ ਪਾਣੀ ਵਿੱਚ ਡੁੱਬੇ ਹੋਏ ਸੀ। ਓਹੋ। ਤੇ ਉਸ ਵਕਤ ਮੋਬਾਈਲ ਸਾਡੇ ਕੋਲੇ ਸੀਗੇ। ਅਸੀਂ ਆਲ ਇੰਡੀਆ ਰੇਡੀਓ ਪਟਿਆਲਾ ਤੋਂ 24 ਆਵਰ ਪ੍ਰੋਗਰਾਮ ਕਰ ਦਿੱਤਾ ਸ਼ੁਰੂ। ਅੱਛਾ ਜੀ। ਰੇਡੀਓ ਤੋਂ ਹੈਲਪਲਾਈਨ ਜੀ। ਔਰ ਅਸੀਂ ਉਹਨਾਂ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਤੱਕ ਕੋਈ ਸਮੱਸਿਆ ਹੈ ਉਹ ਇਸ ਟੈਲੀਫੋਨ ਨੰਬਰ ਤੇ ਫੋਨ ਕਰੋ। ਉਹ ਲਾਈਵ ਬ੍ਰੌਡਕਾਸਟ ਹੁੰਦਾ ਸੀ। ਵਾਹ ਜੀ। ਔਰ ਨਾਲ ਦੀ ਨਾਲ
ਅਸੀਂ ਜਿਹੜੇ ਅਨਾਉਂਸਰਸ ਲਾਏ ਸੀ ਡਿਊਟੀ ਆਫੀਸਰਸ, ਉਹਨਾਂ ਨੂੰ ਲਿਸਟਾਂ ਬਣਾ ਕੇ ਦਿੱਤੀਆਂ ਸੀ ਕਿ ਤੁਸੀਂ ਨਾਮ, ਟੈਲੀਫੋਨ, ਪ੍ਰੋਬਲਮ, ਏਰੀਆ, ਡੇਰਾ, ਸਾਰਾ ਕੁਝ ਲਿਖ ਦੇਣਾ ਹੈ ਜੀ। ਔਰ ਵਰਿੰਦਰ ਜੀ ਸਵੇਰੇ ਅਸੀਂ 9 ਵਜੇ ਉਹ ਲਿਸਟ ਡਿਪਟੀ ਕਮਿਸ਼ਨਰ ਦੇ ਟੇਬਲ ਤੇ ਪਹੁੰਚਾ ਦਿੰਦੇ ਸੀ। ਵਾਹ ਜੀ। ਔਰ ਮੈਂ ਲਗਾਤਾਰ 3 ਦਿਨ ਜੀ। NDRF ਦੀਆਂ ਕਿਸ਼ਤੀਆਂ ਦੇ ਵਿੱਚ ਬੈਠ ਕੇ ਲਾਈਵ ਕੀਤਾ ਪ੍ਰੋਗਰਾਮ। ਵਾਹ ਜੀ। ਔਰ ਕੀ ਬਾਤ। 2 ਇਨਸੀਡੈਂਟ ਛੋਟੀਆਂ 20 ਫੁੱਟ ਪਾਣੀ, ਅਸੀਂ 2-3 ਥਾਵਾਂ ਤੇ ਤਾਂ ਅਸੀਂ ਬਚੇ ਬੜੇ ਮੁਸ਼ਕਲ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਡੇਰਿਆਂ ਤੇ ਚਲੋ, ਕਿਉਂਕਿ ਡੇਰਿਆਂ ਤੇ ਜਿਹੜੀ ਆ ਨਾ ਹੈਲਪ ਨਹੀਂ ਸੀ ਪਹੁੰਚ ਰਹੀ ਜ਼ਿਆਦਾ ਜੀ। ਤਾਂ ਉਹ ਨਾਲ ਇੱਕ ਬੰਦਾ ਬੈਠਾ ਸੀ ਉਸ ਏਰੀਏ ਦਾ, ਇਹ ਜੋਗੇਵਾਲ ਦਾ ਇਲਾਕਾ ਹੈਗਾ, ਖਨੌਰੀ ਦੇ ਨੇੜੇ ਗੁਲਾੜ ਪਿੰਡ ਹੈ। ਅਸੀਂ ਉੱਥੋਂ ਜਾ ਰਹੇ ਸੀ ਤੇ ਚਾਰੇ ਪਾਸੇ ਪਾਣੀ ਹੀ ਪਾਣੀ, ਓਹੋ, ਮਤਲਬ ਜਿੱਧਰ ਦੇਖੋ ਪਾਣੀ ਹੀ ਪਾਣੀ। ਤੇ ਉਹਨਾਂ ਨੇ ਕਿਸ਼ਤੀ ਮੋੜੀ ਤੇ ਉਹ ਬੰਦਾ ਜਿਹੜਾ ਨਾਲ ਬੈਠਾ ਸੀ ਉਹ ਕਹਿੰਦਾ ਅਸੀਂ ਨਾ, ਉਹਨੇ ਕੋਈ ਨਾਮ ਲਿਆ ਮੈਨੂੰ ਪਤਾ ਨਹੀਂ, ਸੰਤੋਖ ਸਿੰਘ ਦੇ ਡੇਰੇ ਵੱਲ ਜਾਵਾਂਗੇ, ਉਹ ਸਾਹਮਣੇ ਡੇਰਾ ਉਹ ਹੈ। ਅੱਛਾ ਜੀ। ਵੀਰਿੰਦਰ ਜੀ ਤੁਸੀਂ ਦੇਖੋ ਵੀ ਕਿੰਨੀ ਤਸੱਲੀ ਹੋਈ। ਜਦੋਂ ਅਸੀਂ ਉਸ ਡੇਰੇ ਦੇ ਨੇੜੇ ਪਹੁੰਚੇ ਤਾਂ ਇੱਕ ਬਜ਼ੁਰਗ ਡੇਰੇ ਦੇ ਬਾਹਰ ਕੰਨ ਨਾਲ ਲਾ ਕੇ ਰੇਡੀਓ ਸੁਣ ਰਿਹਾ ਸੀ। ਕੀ ਬਾਤ। ਤਾਂ ਉਹ ਦੂਰੋਂ ਹੀ ਕਹਿ ਰਿਹਾ ਸੀ ਕਿ ਮੈਨੂੰ ਰੇਡੀਓ ਸੁਣ ਕੇ ਪਤਾ ਲੱਗਿਆ ਕਿ ਤੁਹਾਡੀ ਕਿਸ਼ਤੀ ਪਾਣੀ, ਦਵਾਈਆਂ, ਚਾਹ ਪੱਤੀ ਲੈ ਕੇ ਮੇਰੇ ਡੇਰੇ ਵੱਲ ਆ ਰਹੀ ਹੈ। ਕੀ ਬਾਤ, ਬਹੁਤ ਖੂਬ। ਔਰ ਉਸੇ ਦੌਰਾਨ ਉਹਨਾਂ ਨੇ ਸਾਨੂੰ ਫਿਰ ਅੰਦਰ ਕਹਿੰਦੇ ਜੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਤੁਸੀਂ ਆਓ ਤੇ ਚਾਹ ਪੀ ਕੇ ਜਾਓ। ਜੀ। ਕੀ ਬਾਤ, ਕੀ ਬਾਤ। ਤੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਨਾਲ। ਇੱਕ ਡੇਰਾ ਸੀ, ਉਹਦੇ ਘਰ ਵਾਲੇ ਸਾਰੇ ਉਹਨੂੰ ਛੱਡ ਕੇ ਚਲੇ ਗਏ ਡੇਰੇ ਨੂੰ, ਸਮਾਨ ਸਮੂਨ ਸੈੱਟ ਕਰਕੇ ਜੀ। ਉੱਥੇ ਵਰਿੰਦਰ ਜੀ ਇੱਕ, ਮੇਰੇ ਮੂੰਹ ਉਹਨੂੰ ਕੁੱਤਾ ਨਹੀਂ ਕਹਿਣਾ, ਮਤਲਬ ਮੇਰਾ ਇਸ ਟਾਈਮ ਵੇਖ ਕੇ ਨਾ ਗੱਚ ਭਰਦਾ ਪਿਆ। ਜੀ ਜੀ। ਉਹ ਡੌਗੀ ਕੁੱਤਾ ਜਿਹੜਾ ਉਹ ਇਕੱਲਾ ਹੀ ਉੱਤੇ ਕੋਠੇ ਦੇ ਉੱਤੇ ਮੰਜੇ ਦੇ ਉੱਤੇ ਬੈਠਾ, ਬਾਕੀ ਸਮਾਨ ਸਾਰਾ ਪਿਆ ਹੋਇਆ। ਅੱਛਾ। ਸਾਡੀ ਕਿਸ਼ਤੀ ਵੇਖ ਕੇ ਉਹ ਮਤਲਬ ਨਾ ਭੌਂਕਿਆ। ਅੱਛਾ। ਤੇ ਉਹ ਡਰਾਈਵਰ ਕਹਿਣ ਲੱਗਾ ਜੀ ਇਹਨੂੰ ਇਕੱਲਾ ਛੱਡ ਕੇ ਚਲੇ ਗਏ ਆ ਤੇ ਆਪਾਂ ਇਹਨੂੰ ਬ੍ਰੈਡ ਪਾ ਦਈਏ। ਜੀ। ਤਾਂ ਉਹਨੇ ਦੂਰੋਂ ਜਦੋਂ ਬ੍ਰੈਡ ਸੁੱਟੀ ਵਰਿੰਦਰ ਜੀ, ਉਹਨੇ ਨਾ ਪੂਛ ਲਾਈ। ਆਹਾ। ਤੇ ਉਹ ਸਾਡੀ ਨਾ ਗੁਰਬਾਣੀ ਦੇ ਵਿੱਚ ਵੀ ਆਉਂਦਾ, ਗੁਰੂ ਸਾਹਿਬ ਨੇ ਨਾ ਇਹਨੂੰ ਕੂਕਰ ਕਿਹਾ। ਜੀ। ਇਹਦੀ ਆਵਾਜ਼ ਉੱਪਰ ਸੁਣਦੀ ਹੈ। ਕੀ ਬਾਤ। ਸੋ ਮੈਂ ਕਿਹਾ ਵੀ ਇਹ ਵੇਖੋ ਰਾਖੀ ਕਰ ਰਿਹਾ ਆਪਣੇ ਮਾਲਕ ਦੀ, ਤੇ ਕੱਲਾ ਹੈ। ਤੇ ਅਸੀਂ ਜਦੋਂ ਉਹਨੂੰ ਬ੍ਰੈਡ ਪਾਈ ਤੇ ਉਹਨੇ ਪੂਛ ਲਾ ਕੇ ਸਾਨੂੰ ਧੰਨਵਾਦ ਕੀਤਾ। ਕੀ ਬਾਤ। ਬਹੁਤ। ਸੋ ਉਸ ਵਕਤ ਪਤਾ ਲੱਗਿਆ ਕਿ ਰੇਡੀਓ ਦੀ ਕਿੰਨੀ ਵੈਲਿਊ ਹੈ, ਕਿਉਂਕਿ ਮੈਂ ਡਿਪਟੀ ਕਮਿਸ਼ਨਰ, SSP ਨਾਲ, ਮੰਤਰੀਆਂ ਦੇ ਨਾਲ ਵੀ ਉੱਥੇ ਇੰਟਰਵਿਊਜ਼ ਕਰਦਾ ਰਿਹਾ। ਸੋ ਰੇਡੀਓ ਬਹੁਤ ਲੋਕਾਂ ਦੇ ਨੇੜੇ ਆ। ਔਰ ਅੱਜ ਦੇ ਜ਼ਮਾਨੇ ਵਿੱਚ ਤਾਂ ਰੇਡੀਓ ਨੇ ਹੋਰ ਵੀ ਜਿਹੜੀ ਹੈ ਉਹ ਪੈਂਠ ਬਣਾ ਲਈ ਹੋਈ ਹੈ, ਕਿਉਂਕਿ ਇਸ ਵਕਤ ਰੇਡੀਓ ਜਿਹੜਾ ਇਕੱਲਾ ਐਂਟਰਟੇਨਮੈਂਟ ਨਹੀਂ ਰਹਿ ਗਿਆ, ਇਸ ਟਾਈਮ ਜਾਣਕਾਰੀ ਦਾ ਵੀ ਜਿਹੜਾ ਨਾ ਉਹ ਇੱਕ ਬ੍ਰਿਜ ਬਣ ਗਿਆ ਹੋਇਆ। ਬਿਲਕੁਲ ਬਿਲਕੁਲ। ਤੇ ਸੁਣਿਆ ਵੀ ਬਹੁਤ ਜਾਂਦਾ, ਪਲੇਟਫਾਰਮ ਬੜੇ ਜਿਹੜੇ ਖੜੇ ਹੋ ਗਏ ਆ। ਸੋ ਰੇਡੀਓ ਇਸ ਟਾਈਮ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਰੋਲ ਅਦਾ ਜਿਹੜਾ ਕਰ ਸਕਦਾ ਹੈ। ਜੀ। ਅਮਰਜੀਤ ਵੜੈਚ ਜੀ, ਰੇਡੀਓ ਦੇ ਜ਼ਰੀਏ ਤੁਸੀਂ ਸਮਾਜ ਦੇ, ਜ਼ਿੰਦਗੀ ਦੇ ਬਹੁਤ ਸਾਰੇ ਰੰਗ ਦੇਖੇ ਨੇ, ਔਰ ਇਹਨਾਂ 30-31 ਸਾਲਾਂ ਦੇ ਵਿੱਚ ਤੁਸੀਂ ਰੇਡੀਓ ਦੇ ਨਾਲ ਜੁੜੀ ਜਿਹੜੀ ਟੈਕਨੋਲੋਜੀ ਹੈ ਉਹਦੇ ਵੀ ਬਹੁਤ ਸਾਰੇ ਰੰਗ ਦੇਖੇ। ਬਿਲਕੁਲ। ਜਦੋਂ ਤੁਸੀਂ ਆਏ ਹੋਵੋਗੇ, ਤੁਸੀਂ ਦੱਸਿਆ ਜਿੱਦਾਂ ਵੀ ਸਪੂਲਸ ਤੇ ਕੰਮ ਹੁੰਦਾ ਸੀ, ਤਵੇ ਹੁੰਦੇ ਸੀ, ਫਿਰ CDs ਆ ਗਈਆਂ। ਸੋ ਇਹ ਜਿਹੜਾ ਬਦਲਾਅ ਹੈ, ਕਿਉਂਕਿ ਬਦਲਾਅ ਦੇ ਨਾਲ ਇਨਸਾਨ ਨੂੰ ਆਪ ਵੀ ਬਦਲਣਾ ਪੈਂਦਾ, ਸੋ ਇਸ ਬਦਲਾਅ ਨੂੰ ਤੁਸੀਂ ਕਿੱਦਾਂ ਲਿਆ ਜੀ? ਮੈਂ, ਸਾਡੇ ਕਹਿੰਦੇ ਹੁੰਦੇ ਸੀਗੇ ਜੇ ਤੁਸੀਂ ਕਿਤੇ ਕੁਝ ਕੰਮ ਕਰਨਾ ਹੈ, ਤੁਸੀਂ ਪ੍ਰਾਪਤੀ ਕੋਈ ਕਰਨੀ ਹੈ, ਤੇ ਉਹਦੇ ਲਈ ਪਹਿਲਾਂ ਤੁਹਾਨੂੰ ਆਪ ਤਿਆਰ ਹੋਣਾ ਪੈਂਦਾ ਜੀ। ਔਰ ਤੁਹਾਡੇ ਕੋਲੇ ਕੋਈ ਓਪਰਚੁਨਿਟੀ ਆ ਰਹੀ ਹੈ, ਮੌਕਾ ਆ ਰਿਹਾ, ਤੇ ਉਹ ਉਸ ਘੋੜੇ ਵਰਗੀ ਹੁੰਦੀ ਹੈ ਜਿਹੜਾ ਭੱਜਿਆ ਆ ਰਿਹਾ। ਜੇ ਤਾਂ ਤੁਸੀਂ ਉਹਨੂੰ ਉਹਦੇ ਕੰਨਾਂ ਤੋਂ ਫੜ ਲਿਆ ਫਿਰ ਤੇ ਉਹ ਤੁਹਾਡਾ ਹੈ। ਜੇ ਤੁਸੀਂ ਉਹਨੂੰ ਜਾਣ ਦਿੱਤਾ ਤੇ ਉਹਦੀ ਪੂਛ ਨਾਲ ਘੋੜੇ ਨੂੰ ਨਹੀਂ ਰੋਕ ਸਕਦੇ। ਔਰ ਇਹ ਟੈਕਨੋਲੋਜੀ ਦੀ ਜਿਹੜੀ ਚੇਂਜ ਹੈ ਨਾ, ਇਹ ਸੱਚਮੁੱਚ ਇਹੋ ਜਿਹੀ ਹੈ, ਇੰਨੀ ਬਦਲ ਰਹੀ ਹੈ। ਮੈਂ ਸਾਰੀਆਂ ਟੈਕਨੋਲੋਜੀ ਜਿਹੜੇ ਉਹ ਉਸ ਵਕਤ ਸਕੂਲ ਸਿੱਖੇ, ਉਸ ਵਕਤ ਬਲਦੇਵ ਕਲਸੀ, ਬਲਬੀਰ ਕਲਸੀ ਸੀ, ਮੈਡਮ ਸੁਖਜਿੰਦਰ ਸੀਗੇ, ਹਰਬੰਸ ਖੁਰਾਣਾ ਜੀ ਸੀ, ਭਾਖੜੀ ਸਾਹਿਬ ਸੀ ਜੀ, ਹੇਮਰਾਜ ਸ਼ਰਮਾ ਜੀ, ਇਹਨਾਂ ਤੋਂ ਸਿੱਖਿਆ। ਸਪੂਲ ਚਲਾਉਣੇ, ਰਿਕਾਰਡਿੰਗ ਕਰਨੀ। ਇੱਥੇ ਹੀ ਮੈਂ ਜਦੋਂ ਦੂਸਰੀ ਵਾਰ ਆਇਆ, ਮੇਰੀ ਇਸ ਤੋਂ ਬਾਅਦ ਟ੍ਰਾਂਸਫਰ ਹੋ ਗਈ ਜੰਮੂ, ਮੈਂ ਜੰਮੂ ਜਾ ਕੇ ਵੀ ਬੜਾ ਕੁਝ ਸਿੱਖਿਆ। ਲੇਕਿਨ ਜਦੋਂ ਦੁਬਾਰੇ ਮੇਰੀ ਇੱਥੇ ਟ੍ਰਾਂਸਫਰ ਹੋਈ ਜਲੰਧਰ, ਤਾਂ ਇੱਥੇ ਕੰਪਿਊਟਰ ਆ ਚੁੱਕਿਆ ਸੀ। ਮੈਂ ਕੰਪਿਊਟਰ ਬੈਠ ਪਹਿਲਾਂ ਡਰਦਾ ਹੁੰਦਾ ਸੀ, ਯਾਰ ਪਤਾ ਨਹੀਂ ਕੀ ਕਰੀ ਜਾਂਦੇ ਆ, ਸਮਝ ਨਹੀਂ ਆਉਂਦੀ, ਪਰ ਮੈਂ ਸਾਰਾ ਆਪ ਸਿੱਖਿਆ। ਪਟਿਆਲੇ ਜਾ ਕੇ ਕੰਪਿਊਟਰ ਜਿਹੜੇ ਆ ਇੰਸਟਾਲ ਕਰਵਾਏ, ਰਿਕਾਰਡਿੰਗ ਜਿਹੜੀ ਕੋਈ ਨਵੀਂ ਮਸ਼ੀਨ ਆਉਂਦੀ ਸੀ ਮੈਂ ਸਭ ਤੋਂ ਪਹਿਲਾਂ ਆਪ ਸਿੱਖਦਾ ਸੀ। ਅੱਜ ਵੀ ਰੇਡੀਓ ਦੇ ਵਿੱਚ ਜਿੰਨੇ ਸੌਫਟਵੇਅਰ ਯੂਜ਼ ਹੋ ਰਿਹਾ, ਮੈਂ ਸਾਰਿਆਂ ਤੇ ਆਪ ਰਿਕਾਰਡਿੰਗ ਕਰ ਲੈਣਾ। ਉਹਦਾ ਕਾਰਨ ਸੀ ਕਿਉਂਕਿ ਮੈਨੂੰ ਇਹ ਸੀ ਕਿ ਜੇ ਮੈਨੂੰ ਆਉਂਦਾ ਹੋਊਗਾ
ਤਾਂ ਮੈਂ ਆਪਣੇ ਜਿਹੜੇ ਸਬੋਰਡੀਨੇਟਸ ਨੇ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਆਹ ਸਿੱਖੋ। ਸੋ ਮੈਂ ਟੈਕਨੋਲੋਜੀ ਨੂੰ ਸਿੱਖਣ ਵਿੱਚ ਮੈਂ ਕੋਈ ਟ੍ਰੇਨਿੰਗ ਨਹੀਂ ਲਈ, ਪਰ ਸਾਰੀ ਟੈਕਨੋਲੋਜੀ, ਟਾਈਪਿੰਗ, ਈਮੇਲ ਕਰਨੀ, ਕੰਪਿਊਟਰ ਤੇ ਕੰਮ ਕਰਨਾ, ਰਿਕਾਰਡਿੰਗ, ਐਡੀਟਿੰਗ, ਡਿਜੀਟਲ, ਸਭ ਕੁਝ ਆਪ ਜਿਹੜੀ ਹੈ ਉਹ ਕਰਦੇ ਰਹੇ। ਜੀ ਅਮਰਜੀਤ ਵੜੈਚ ਜੀ, ਉਸ ਦੌਰ 'ਚ ਤੁਸੀਂ ਕੰਮ ਕੀਤਾ ਜਦੋਂ ਰੇਡੀਓ ਸੈੱਟ ਤੇ ਹੀ ਰੇਡੀਓ ਸੁਣਿਆ ਜਾਂਦਾ ਸੀ ਜੀ, ਔਰ ਅੱਜ ਦਾ ਇਹ ਦੌਰ ਹੈ ਕਿ ਮੋਬਾਈਲ ਵਿੱਚ ਵੀ ਰੇਡੀਓ ਸੁਣਿਆ ਜਾ ਰਿਹਾ, ਮੋਬਾਈਲ 'ਚ ਐਪ ਡਾਊਨਲੋਡ ਕਰਕੇ ਵਰਲਡ ਓਵਰ ਕਿਤੇ ਵੀ ਤੁਹਾਡਾ ਸਟੇਸ਼ਨ ਜਿਹੜਾ ਸੁਣਿਆ ਜਾਂਦਾ। ਬਿਲਕੁਲ। ਇਹ ਜਿਹੜੀ ਐਕਸੈਸ ਹੈ ਲੋਕਾਂ ਤੱਕ ਪਹੁੰਚਣੀ, ਤੁਸੀਂ ਕੀ ਸਮਝਦੇ ਹੋ ਕਿ ਇਹ ਇੱਕ ਖੁਸ਼ੀ ਤਾਂ ਦਿੰਦੀ ਹੈ ਪਰ ਨਾਲ ਜ਼ਿੰਮੇਵਾਰੀ ਵੀ ਵਧਾਉਂਦੀ ਹੈ ਕਿ ਇੰਨੇ ਲੋਕਾਂ ਤੱਕ ਸਾਡੀ ਪਹੁੰਚ ਹੈ, ਸਾਡਾ ਮਿਆਰ ਉੱਥੇ ਤੱਕ ਹੋਣਾ ਚਾਹੀਦਾ? ਬਿਲਕੁਲ, ਤੁਹਾਡੀ ਸਹੀ ਗੱਲ ਹੈ, ਕਿਉਂਕਿ ਇਸ ਟਾਈਮ ਦੁਨੀਆ ਖੁੱਲ੍ਹ ਚੁੱਕੀ ਹੋਈ ਹੈ ਔਰ ਰੇਡੀਓ ਦੇ ਲਈ ਪਲੇਟਫਾਰਮ ਜਿਹੜੇ ਖੁੱਲ੍ਹ ਚੁੱਕੇ ਹੋਏ ਆ। ਤੁਸੀਂ ਟਰਾਂਸਮਿਟਰ ਤੇ ਵੀ ਆ ਰਹੇ ਹੋ, ਹਾਂਜੀ, ਟੈਰੇਸਟਰੀਅਲ ਬ੍ਰੌਡਕਾਸਟ ਵੀ ਹੈ ਤੁਹਾਡਾ ਡਿਜੀਟਲ ਬ੍ਰੌਡਕਾਸਟ ਵੀ ਹੈ, ਔਰ ਤੁਸੀਂ ਇਸ ਵਕਤ ਜਿਹੜਾ ਉਹ ਪੋਡਕਾਸਟ ਤੇ ਵੀ ਆ ਰਹੇ ਹੋ। ਤੁਹਾਡੀ ਲਾਈਵ ਐਪਸ ਨੇ ਤੁਹਾਡੀਆਂ। ਸਾਡੇ ਲਿਸਨਰ ਜਿਹੜੇ ਆ ਕੈਨੇਡਾ ਬੈਠੇ ਹੋਏ ਆ, ਜਰਮਨੀ ਬੈਠੇ ਹੋਏ ਆ। ਲੋਕਡਾਊਨ ਦੇ ਦੌਰਾਨ ਸਾਨੂੰ ਉਹਨਾਂ ਲੋਕਾਂ ਨੇ ਕਿਹਾ ਯਾਰ ਅਸੀਂ ਬੰਦ ਹੋਏ ਪਏ ਸੀ ਇੱਥੇ, ਤੁਹਾਡੀ ਐਪ ਦੇ ਨਾਲ ਅਸੀਂ ਪਟਿਆਲੇ ਨਾਲ ਜੁੜ ਗਏ ਹਾਂ। ਜੀ, ਕੀ ਬਾਤ। ਹਾਂਜੀ, ਸੋ ਇਸ ਵਕਤ ਇਹ ਬਹੁਤ ਵਧੀਆ, ਕਿਉਂਕਿ ਜਿਹੜੇ ਸੈੱਟ ਨੇ ਉਹ ਮੈਂ ਮਾਰਕੀਟ 'ਚੋਂ ਵੀ ਪਤਾ ਕੀਤਾ ਹੁਣ ਨਹੀਂ ਵਿਕਦੇ ਜੀ। ਰੇਅਰ ਸੈੱਟ, ਕੋਈ ਬਜ਼ੁਰਗ ਜਿਹੜੇ ਆ ਉਹ ਜ਼ਰੂਰ ਸੁਣਨਾ ਚਾਹੁੰਦੇ ਆ ਕਿ ਸਰਾਣੇ ਰੱਖ ਕੇ, ਲੇਕਿਨ ਇਸ ਟਾਈਮ ਮਾਡਰਨ ਟੈਕਨੋਲੋਜੀ ਦੇ ਨਾਲ ਲੋਕੀ ਸਾਰਾ ਕੁਝ ਜਿਹੜਾ ਉਹ ਐਪ ਤੇ ਆ ਗਿਆ ਹੋਇਆ ਜੀ। ਮੋਬਾਈਲ 'ਚ ਹੀ ਸਾਰੀ ਜ਼ਿੰਦਗੀ ਮੋਬਾਈਲ 'ਚ ਜਿਹੜੀਆਂ ਲੰਘਣ ਲੱਗ ਪਈ ਹੈ। ਸੋ ਇਹਦੇ ਨਾਲ ਬਹੁਤ ਐਕਸਪੈਂਸ਼ਨ ਹੋਈ ਹੈ। ਰੇਡੀਓ ਦੀਆਂ ਜ਼ਿੰਮੇਵਾਰੀਆਂ ਤੇ ਵਧੀਆ ਨੇ, ਚੈਲੰਜ ਵੀ ਵੱਧ ਗਿਆ ਕਿ ਤੁਸੀਂ ਏਡੇ ਵੱਡੇ ਸਮੁੰਦਰ ਦੇ ਵਿੱਚ ਆਪਣਾ ਜਿਹੜਾ ਲਾਈਟ ਹਾਊਸ ਆ ਉਹ ਕਿਵੇਂ ਜਗਦਾ ਰੱਖਣਾ, ਆਪਣੀ ਪਛਾਣ ਕਿੱਦਾਂ ਬਣਾਉਣੀ। ਬਿਲਕੁਲ ਸਹੀ। ਬਿਲਕੁਲ। ਅਮਰਜੀਤ ਵੜੈਚ ਜੀ, ਜੇ ਸਿਰਫ ਤੇ ਸਿਰਫ ਤੁਹਾਡੀ ਸ਼ਖਸੀਅਤ 'ਚ ਅਸੀਂ ਰੇਡੀਓ ਬਾਰੇ ਹੀ ਗੱਲ ਕਰੀ ਜਾਈਏ ਨਾ, ਤੇ ਫਿਰ ਤੁਹਾਡੀ ਸ਼ਖਸੀਅਤ ਨਾਲ ਇਨਸਾਫ ਨਹੀਂ ਹੋਏਗਾ, ਕਿਉਂਕਿ ਤੁਸੀਂ ਲਿਖਦੇ ਵੀ ਹੋ, ਕਵਿਤਾ ਵੀ ਕਹਿੰਦੇ ਹੋ। ਸੋ ਸਾਡੇ ਵੇਖਣ ਵਾਲਿਆਂ ਨੂੰ ਜੋ ਤੁਸੀਂ ਲਿਖਿਆ ਉਹਦੇ 'ਚੋਂ, ਉਹਨਾਂ ਕਵਿਤਾਵਾਂ 'ਚੋਂ ਕੋਈ ਕਵਿਤਾ ਸਾਡੇ ਸੁਣਨ ਵਾਲੇ, ਦੇਖਣ ਵਾਲਿਆਂ ਲਈ ਪੇਸ਼ ਕਰ ਦਿਓ। ਕਿ ਲੋਕਡਾਊਨ ਨੇ ਸਾਥੋਂ ਯਾਰੋ ਕੀ ਕੁਝ ਨਹੀਂ ਕਰਵਾ ਦਿੱਤਾ। ਲੋਕਡਾਊਨ ਨੇ ਸਾਥੋਂ ਯਾਰੋ ਕੀ ਕੁਝ ਨਹੀਂ ਕਰਵਾ ਦਿੱਤਾ। ਕੱਪੜੇ ਧੋਤੇ, ਝਾੜੂ ਲਾਇਆ, ਪੋਚਾ ਫੇਰਨ ਲਾ ਦਿੱਤਾ। ਅਸਾਂ ਵੀ ਆਪਣੀ ਦਰਦ ਕਹਾਣੀ ਕਵਿਤਾ ਦੇ ਵਿੱਚ ਲਿਖ ਦਿੱਤੀ। ਅਸੀਂ ਵੀ ਆਪਣੀ ਦਰਦ ਕਹਾਣੀ ਕਵਿਤਾ ਦੇ ਵਿੱਚ ਲਿਖ ਦਿੱਤੀ, ਤੇ ਕਵਿਤਾ ਨੂੰ ਲਿਖ ਕੇ ਫਿਰ ਫੇਸਬੁੱਕ ਤੇ ਪਾ ਦਿੱਤਾ। ਤੇ ਫੇਸਬੁੱਕ ਤੇ ਪੜ੍ਹ ਕੇ ਕਵਿਤਾ ਘਰ ਵਾਲੀ ਨੂੰ ਰਹਿਮ ਆਇਆ। ਝਾੜੂ ਪੋਚਾ ਉਸ ਛਡਵਾ ਕੇ ਭਾਂਡੇ ਮਾਂਜਣ ਲਾ ਦਿੱਤਾ। ਬਹੁਤ ਖੂਬ। ਇੱਕ ਰਿਸ਼ਤਿਆਂ ਦੇ ਨਾਲ ਛੋਟੀ ਜੀ ਕਵਿਤਾ ਹੈ, ਕਿਉਂਕਿ ਮਾਂ ਤੇ ਕਵਿਤਾ ਲਿਖੀ ਹੈ, ਭਰਾ ਭੈਣ ਸਾਰਿਆਂ ਤੇ ਲਿਖੀ ਹੋਈ ਹੈ, ਲੇਕਿਨ ਇੱਕ ਬੜਾ ਸਾਂਝਾ ਜਿਹਾ ਰਿਸ਼ਤਾ ਹੈ ਭੂਆ ਦਾ। ਸੋ ਉਹਦੇ ਤੇ ਮੈਂ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ। ਕਿ ਬੜੇ ਚਿਰਾਂ ਪਿੱਛੋਂ ਅੱਜ ਭੂਆ ਯਾਦ ਆਈ ਏ, ਦਾਦੇ ਦੀ ਵਸੀਅਤ ਉੱਤੇ ਭੂਆ ਦੀ ਗਵਾਹੀ ਏ। ਕੀ ਬਾਤ। ਡੋਲੀ ਤੋਰ ਬੁੱਕ ਮਾਂ ਪਈ ਰੋਂਦੀ ਏ, ਫਿਰਦੀ ਏ ਨੱਚਦੀ ਜੋ ਉਹ ਭਰਜਾਈ ਏ। ਕੀ ਜੰਮ ਪੈਂਦੀ ਏ ਤੇ ਭੈਣ ਭੁੱਲ ਜਾਂਦੀ ਏ, ਜੀਜੇ ਦੀ ਥਾਂ ਲੈ ਲੈਂਦਾ ਆਪਣਾ ਜਵਾਈ ਏ। ਕੀ ਬਾਤ। ਬਹੁਤ ਖੂਬ। ਮਾਪੇ ਸਰਕਾਰ ਹੁੰਦੇ, ਵੀਰ ਹੁੰਦੇ ਠਾਣਾ ਨੇ। ਮਾਪੇ ਸਰਕਾਰ ਹੁੰਦੇ, ਵੀਰ ਹੁੰਦੇ ਠਾਣਾ ਨੇ। ਪੁੱਛਦੇ ਭਤੀਜੇ ਅੱਜ ਭੂਆ ਕਿੰਝ ਆਈ। ਕੀ ਬਾਤ। ਬਹੁਤ ਖੂਬ। ਸੋ ਜੀ ਅਮਰਜੀਤ ਵੜੈਚ ਜੀ ਤਾਂ ਕਰਦਾ ਸੀ ਕਿ ਗੱਲਾਂ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇ, ਤੁਹਾਡੀ ਜ਼ਿੰਦਗੀ ਦੀ ਜਿਹੜੀ ਕਿਤਾਬ ਹੈ ਉਹਦੇ ਪੰਨੇ ਅਸੀਂ ਪੜ੍ਹਦੇ ਰਹੀਏ। ਸੋ ਬਹੁਤ ਸ਼ੁਕਰੀਆ ਸਾਡੇ ਸਟੂਡੀਓਜ਼ 'ਚ ਆਉਣ ਲਈ, ਔਰ ਆਪਣੀ ਜ਼ਿੰਦਗੀ, ਸ਼ਖਸੀਅਤ ਔਰ ਆਪਣੇ ਕੰਮ ਬਾਰੇ ਸਾਡੇ ਸਾਰਿਆਂ ਦੇ ਨਾਲ ਇਹ ਸਾਰਾ ਕੁਝ ਸਾਂਝਾ ਕਰਨ ਦੇ ਲਈ। ਸੋ ਅੱਜ ਅਮਰਜੀਤ ਵੜੈਚ ਹੋਰਾਂ ਦੇ ਨਾਲ ਕੀਤੀ ਗੱਲਬਾਤ ਸਾਨੂੰ ਆਸ ਹੈ ਜੀ ਕਿ ਬਹੁਤ ਸਾਰਿਆਂ ਨੂੰ ਪ੍ਰੇਰਣਾ ਦੇ ਗਈ ਹੋਏਗੀ ਕਿ ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ, ਔਰ ਸਾਨੂੰ ਸਾਰਿਆਂ ਨੂੰ ਚੱਲਦੇ ਰਹਿਣਾ ਚਾਹੀਦਾ।